दोस्तों हाजिर एक होर वीडियो रिपोर्ट लैके चैनल रितेश लखियान प्लग उत्ते ते अज इस वीडियो रिपोर्ट में आप कोटकपूरे की घटना उत्ते गलबात करांगे। डेरा सच्चा सौदा दा एक समर्थक जो कि साल 2015 ਦੇ ਵਿੱਚ पंजाब ਦੇ ਵਿੱਚ श्री गुरु ग्रंथ साहब जी ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ 3 ਅਲੱਗ-ਅਲੱਗ ਕੇਸਾਂ FIRs ਦੇ ਵਿੱਚ ਨੋਮੀਨੇਟ ਸੀ। FIR ਨੰਬਰ 63 117 ਤੇ 128 जून ਤੇ अक्तूबर 2015 ਦੇ ਮਹੀਨਿਆਂ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਕਰਕੇ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਉਸ ਦੀ ਬੇਅਦਬੀ ਦੇ ਕੇਸ ਦੇ ਵਿੱਚ ਕਈ ਮੁਲਜ਼ਮ ਨੋਮੀਨੇਟ ਕੀਤੇ ਗਏ। ਇਸੇ ਕੇਸ ਦੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਨੋਮੀਨੇਟ ਕੀਤਾ ਗਿਆ। ਲੇਕਿਨ ਕੋਟਕਪੂਰੇ ਜਿਹੜੀ घटना कुछ घंटे पहला हुई है, एक बहुत ही हैरान कर देने वाली, सवाल खड़े कर देने वाली घटना है। तुसीं सारे जान चुके हो कि कोटकपूरा विच की होया है। प्रदीप ਨਾਂ ਦਾ ਜਿਹੜਾ एक्यूज्ड को एक्यूज्ड ਰਾਦਰ ਸੀ, क्योंकि ਇਹ ਕੇਸ ਅਜਿਹਾ ਸੀ ਜਿਸ ਵਿੱਚ ਕਿ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਕੀਤਾ ਗਿਆ। ਉਸ ਤੋਂ ਬਾਅਦ ਕਈ ਮਹੀਨੇ ਤੱਕ ਇਸ ਨੂੰ ਲੋਕਾਂ ਨੇ ਰੱਖਿਆ ਆਪਣੇ ਕੋਲ। ਸ਼ਕਤੀ ਸਿੰਘ, ਸੰਨੀ, ਨੀਲਾ ਕਈ ਮੇਨ ਐਕਿਊਜ਼ ਸਨ। ਮੇਨ ਕੌਂਸਪੀਰੇਟਰ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਸਾਲ 2019 ਦੇ ਵਿੱਚ ਨੋਮੀਨੇਟ ਕੀਤਾ ਗਿਆ ਸੀ ਤੇ ਇਸ ਕੇਸ ਦਾ ਟ੍ਰਾਇਲ ਚੱਲਦਾ ਪਿਆ। 4 ਸ਼ੀਟਾਂ ਚਲਾਨ ਵਗੈਰਾ ਫਾਈਲ ਹੋ ਚੁੱਕੇ ਨੇ। ਇਹ ਜਿਹੜਾ ਐਕਿਊਜ਼ ਦੱਸਿਆ ਜਾਂਦਾ ਪ੍ਰਦੀਪ, ਇਹ ਬੇਲ ਉੱਤੇ ਬਾਹਰ ਸੀ ਤੇ ਆਪਣੀ ਦੁਕਾਨ ਜਦੋਂ ਖੋਲ੍ਹਣ ਲੱਗਾ ਉਸ ਵਕਤ ਇਸ ਦੇ ਉੱਤੇ 5 ਜਿਹੜੇ ਗੈਂਗਸਟਰ ਭੇਜੇ ਗਏ ਗੋਲਡੀ ਬਰਾੜ ਵੱਲੋਂ। ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਕਬੂਲੀ ਸੀ। ਸੋ ਗੋਲਡੀ ਬਰਾੜ ਦੇ ਭੇਜੇ ਹੋਏ ਗੈਂਗਸਟਰਾਂ ਨੇ ਇਸ ਹੱਤਿਆਕਾਂਡ ਦੀ ਜ਼ਿੰਮੇਵਾਰੀ ਲਈ, ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਕੁਝ ਹੀ ਘੰਟੇ ਬਾਅਦ ਜਿਹੜਾ ਮੈਸੇਜ ਮੇਰੇ ਕੋਲ ਆਇਆ ਸੀ ਗੋਲਡੀ ਬਰਾੜ ਦਾ, ਉਹ ਇਹ ਸੀ ਕਿ ਉਸਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਕਬੂਲ ਲਈ ਹੈ। ਗੋਲਡੀ ਬਰਾੜ ਨੇ ਜੋ ਮੈਸੇਜ ਲਿਖਿਆ ਉਹ ਤੁਸੀਂ ਸਾਰੇ ਦੇਖ ਚੁੱਕੇ ਹੋ ਸੋਸ਼ਲ ਮੀਡੀਆ ਦੇ ਉੱਤੇ। ਉਹ ਮੈਸੇਜ ਕਾਫੀ ਜ਼ਿਆਦਾ ਇਸ ਵਕਤ ਸਰਕੂਲੇਟ ਹੋ ਰਿਹਾ ਹੈ, ਵਾਇਰਲ ਹੋ ਰਿਹਾ ਹੈ। ਸੋ ਗੋਲਡੀ ਬਰਾੜ ਨੇ ਬੇਅਦਬੀ ਦੇ ਕੇਸਾਂ ਦੇ ਬਦਲੇ ਵਜੋਂ ਉਸ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਇੱਕ ਰੀਜ਼ਨ ਦੱਸਿਆ ਹੈ ਪ੍ਰਦੀਪ ਦੀ ਹੱਤਿਆ ਦੇ ਪਿੱਛੇ। ਇਹ ਦੱਸਦੇ ਕਿ ਪ੍ਰਦੀਪ ਕੋਲ ਸੁਰੱਖਿਆ ਗਾਰਡ ਸੀ, ਪੰਜਾਬ ਪੁਲਿਸ ਨੇ ਉਸਨੂੰ ਸੁਰੱਖਿਆ ਦੇ ਰੱਖੀ ਸੀ ਤੇ ਇਸ ਵਾਰਦਾਤ, ਇਸ ਹਮਲੇ ਦੇ ਵਿੱਚ ਸੁਰੱਖਿਆ ਗਾਰਡ ਵੀ ਜ਼ਖਮੀ ਹੋਇਆ ਹੈ। ਲੇਕਿਨ ਪ੍ਰਦੀਪ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ। ਪੂਰੀ CCTV ਆਪਾਂ ਦੇਖੀ ਹੈ ਕਿਸ ਤਰੀਕੇ ਦੇ ਨਾਲ ਹਮਲਾਵਰ ਆਉਂਦੇ ਨੇ, ਸ਼ੂਟਰ ਪਿਸਤੌਲਾਂ ਲੈ ਕੇ ਆਉਂਦੇ ਨੇ, ਤਾਬੜਤੋੜ ਗੋਲੀਆਂ ਚਲਾਉਂਦੇ ਨੇ ਤੇ ਉਸ ਤੋਂ ਬਾਅਦ ਮੌਕੇ ਵਾਰਦਾਤ ਤੋਂ ਭੱਜ ਜਾਂਦੇ ਨੇ। ਸੋ ਇਹ ਇੱਕ ਬਹੁਤ ਵੱਡਾ ਸਵਾਲ ਖੜੇ ਕਰ ਦੇਣ ਵਾਲਾ ਘਟਨਾਕਾਂਡ ਹੈ, ਕਿਉਂਕਿ ਪੰਜਾਬ ਦੇ ਵਿੱਚ ਪੁਲਿਸ ਸੁਰੱਖਿਆ ਦੇ ਵਿੱਚ ਜਿਹੜੀਆਂ ਹੱਤਿਆਵਾਂ ਹੋ ਰਹੀਆਂ ਨੇ। ਸੁਧੀਰ ਸੂਰੀ ਦਾ ਆਪਾਂ ਕੁਝ ਦਿਨ ਪਹਿਲਾਂ ਕਤਲ ਹੁੰਦਾ ਹੋਇਆ ਵੇਖਿਆ, ਕਿੱਡੀ ਹੈਵੀ ਸਿਕਿਉਰਿਟੀ ਦੇ ਵਿੱਚ ਉਸਨੂੰ ਗੋਲੀਆਂ ਮਾਰੀਆਂ ਗਈਆਂ ਤੇ ਹੁਣ ਪ੍ਰਦੀਪ ਦੀ ਹੱਤਿਆ। ਸੋ ਕਈ ਸਵਾਲ ਜਿਹੜੇ ਹੈਗੇ ਨੇ ਖੜੇ ਹੁੰਦੇ ਨੇ ਇਸ ਪੂਰੀ ਦੀ ਪੂਰੀ ਘਟਨਾ ਤੋਂ, ਵਾਰਦਾਤ ਤੋਂ। ਲੇਕਿਨ ਇੱਥੇ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਗੱਲ ਵੱਡੀ ਬੇਅਦਬੀਆਂ ਦੇ ਕੇਸਾਂ ਦੇ ਇਨਸਾਫ ਦੀ। ਸਵਾਲ ਇਹ ਨਹੀਂ ਹੈ ਕਿ ਇਹ ਹਮਲਾ ਹੋਇਆ, ਸਵਾਲ ਇੱਕ ਆਈਸੋਲੇਟਿਡ ਘਟਨਾ ਦਾ ਨਹੀਂ ਹੈ। ਸੁਰੱਖਿਆ ਦੇ ਉੱਤੇ, ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਤਾਂ ਸਵਾਲ ਵਿਰੋਧੀ ਪਾਰਟੀਆਂ ਵੀ ਚੁੱਕ ਰਹੀਆਂ ਨੇ, ਆਪਾਂ ਵੀ ਚੁੱਕਣਾ ਹੈ। ਬਤੌਰ ਕ੍ਰਿਟਿਕ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਰਕਾਰ ਦੀ ਕਾਰਗੁਜ਼ਾਰੀ, ਪੁਲਿਸ ਦੀ ਤਿਆਰੀ, ਬੰਦੋਬਸਤ, ਗੈਂਗਸਟਰਾਂ ਦੇ ਨਾਲ ਲੜਨ ਦੀ, ਉਹਨਾਂ ਉੱਤੇ ਨੱਥ ਪਾਉਣ ਦੀ, ਕਾਬੂ ਕਰਨ ਦੀ ਸਮਰੱਥਾ ਉੱਤੇ ਕੁਐਸਚਨ ਖੜੇ ਕਰੀਏ। ਲੇਕਿਨ ਇਸ ਕੇਸ ਦੇ ਵਿੱਚ ਮਸਲਾ ਵੱਡਾ ਹੈ ਕਿ ਪੰਜਾਬ ਨੂੰ ਜਾਂ ਕਿ ਹਿੰਦੁਸਤਾਨ ਦੇ ਵਿੱਚ ਗੈਂਗਸਟਰਾਂ ਨੂੰ ਬੇਅਦਬੀ ਦੇ ਦੋਸ਼ੀਆਂ ਦੀ ਹੱਤਿਆਵਾਂ ਕਰਕੇ ਬੇਅਦਬੀਆਂ ਦੇ ਇਨਸਾਫ ਕਰਨ ਦਾ ਅਹਿਸਾਸ ਕਰਨਾ ਸਹੀ ਹੈ। ਇਹ ਜਿੰਨੇ ਵੀ ਲੋਕ ਮਾਰੇ ਜਾ ਰਹੇ ਨੇ ਤੇ ਬੇਅਦਬੀ ਦਾ ਪਹਿਲਾ ਐਕਿਊਜ਼ ਨਹੀਂ ਹੈ। ਦੱਸਿਆ ਜਾਂਦਾ ਕਿ ਤਕਰੀਬਨ ਅੱਧੇ ਦਰਜਨ ਤੋਂ ਵੱਧ 7 ਐਕਿਊਜ਼ਡ ਮਾਰੇ ਜਾ ਚੁੱਕੇ ਨੇ। ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਗੁਰਦੇਵ ਸਿੰਘ ਦੀ, ਜਦੋਂ ਕਿ ਬੇਅਦਬੀ ਦੀ ਘਟਨਾ ਤੋਂ ਕੁਝ ਹੀ ਮਹੀਨੇ ਬਾਅਦ ਮੇਨ ਜਿਹੜਾ ਇਸ ਕੇਸ ਦੇ ਵਿੱਚ ਸ਼ੱਕ ਦੀ ਸੂਈ ਉਸ ਉੱਤੇ ਜਾਂਦੀ ਸੀ, ਜਿਸ ਦੀ ਦੁਕਾਨ ਸੀ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਸਾਹਮਣੇ, ਉਸ ਦੀ ਹੱਤਿਆ ਕੀਤੀ ਜਾਂਦੀ ਹੈ। ਉਹ ਹੱਤਿਆ ਵੀ ਕੁਝ ਰੈਡੀਕਲਸ ਵੱਲੋਂ ਕੀਤੀ ਗਈ। ਉਸ ਤੋਂ ਬਾਅਦ ਜਿਹੜੀ ਅਗਲੀ ਵੱਡੀ ਵਾਰਦਾਤ ਸੀ, ਹਾਲਾਂਕਿ ਡੇਰੇ ਸੱਚੇ ਸੌਦੇ ਦੇ ਸਮਰਥਕਾਂ ਉੱਤੇ ਲਗਾਤਾਰ ਹਮਲੇ ਹੁੰਦੇ ਰਹੇ ਨੇ, ਉਹਨਾਂ ਦੀ ਹੱਤਿਆਵਾਂ ਦਾ ਸਿਲਸਿਲਾ ਪੰਜਾਬ ਦੇ ਵਿੱਚ ਜਾਰੀ ਰਿਹਾ ਤੇ ਟਾਰਗੇਟਿਡ ਕਿਲਿੰਗਸ ਲਈ ਡੇਰਾ ਸੱਚਾ ਸੌਦਾ ਦੇ ਹੀ ਸਮਰਥਕਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਹੈ। ਲੇਕਿਨ ਜਿਹੜੀ ਵੱਡੀ ਘਟਨਾ ਹੋਈ ਸੀ ਉਹ ਸਾਲ 2019 ਵਿੱਚ ਹੁੰਦੀ ਹੈ, ਜਦੋਂ ਮਹਿੰਦਰਪਾਲ ਬਿੱਟੂ ਨੂੰ ਨਾਭੇ ਜੇਲ੍ਹ ਦੇ ਵਿੱਚ ਕਤਲ ਕਰਤਾ ਜਾਂਦਾ ਤੇ ਇਹ ਵਾਰਦਾਤ ਵੀ ਵਿਦੇਸ਼ਾਂ ਵਿੱਚ ਬੈਠ ਕੇ ਗੈਂਗਸਟਰਾਂ ਨੇ, ਸੁਖਪ੍ਰੀਤ ਹੁੱਡਾ ਹੋਣਾ ਵਰਗੇ ਗੈਂਗਸਟਰਾਂ ਨੇ ਹੀ ਅੰਜਾਮ ਦਵਾਈ ਸੀ। ਪਿੱਛੇ ਇਲਜ਼ਾਮ ਇਹ ਲੱਗੇ ਸੀ, ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲਾਂ ਬਾਤਾਂ ਆਈਆਂ ਸੀ ਵੀ ਜਿਹੜੇ ਮੁੰਡੇ ਨੇ ਮਾਰਿਆ ਸੀ, ਹਮਲਾ ਕੀਤਾ ਸੀਗਾ ਜੇਲ੍ਹ ਦੇ ਵਿੱਚ ਆਇਰਨ ਦੀਆਂ ਰੋਡਾਂ ਦੇ ਨਾਲ ਮਹਿੰਦਰਪਾਲ ਬਿੱਟੂ ਉੱਤੇ, ਉਹ ਸਾਰੇ ਲੋਕ ਬਾਹਰੋਂ ਫੰਡਡ ਸਨ ਜਾਂ ਬਾਹਰੋਂ ਉਹਨਾਂ ਨੂੰ ਮੋਟੀਵੇਸ਼ਨ ਸੀ। ਤੇ ਇਹ ਜਿਹੜਾ ਵੱਡਾ ਕਤਲ ਹੈ, ਵੱਡੀ ਵਾਰਦਾਤ ਹੈ, ਉਸ ਵਕਤ ਪੰਜਾਬ ਦੇ ਵਿੱਚ ਹੁੰਦੀ ਹੈ ਜਦੋਂ ਕਿ ਐਡਾ ਲੈਵਲ ਆਫ ਅਲਰਟਨੈਸ ਐਡਾ ਵੱਧ ਹੋਣਾ ਚਾਹੀਦਾ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ।
ਉਸ ਘਟਨਾ ਤੋਂ ਬਾਅਦ ਬਹੁਤ ਜ਼ਿਆਦਾ ਸਬਕ ਪੰਜਾਬ ਸਰਕਾਰ ਨੇ ਲੈਣੇ ਸੀ। ਈਵਨ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਬਹੁਤ ਸੇ ਸਬਕ ਸੁਰੱਖਿਆ ਦੇ ਪੱਖੋਂ ਲਏ ਜਾਣੇ ਚਾਹੀਦੇ ਸੀ। ਲੇਕਿਨ ਇੰਜ ਲੱਗਦਾ ਕਿ ਜਿਹੜੇ ਟਾਰਗੇਟਸ ਹੈਗੇ ਨੇ ਗੈਂਗਸਟਰਾਂ ਦੇ, ਰੈਡੀਕਲਸ ਦੇ ਟਾਰਗੇਟ ਉੱਤੇ ਜਿਹੜੇ ਲੋਕ ਹੈਗੇ ਨੇ, ਉਹਨਾਂ ਦੀ ਸੁਰੱਖਿਆ ਸਿਰਫ ਨਾ ਮਾਤਰ ਦੀ ਸੁਰੱਖਿਆ ਹੈ। ਇੱਥੇ ਵੱਡਾ ਸਵਾਲ ਇਹੀ ਖੜਾ ਹੁੰਦਾ ਕਿ ਘਟਨਾਵਾਂ ਹੋ ਰਹੀਆਂ ਨੇ, ਵਾਰਦਾਤਾਂ ਹੋ ਰਹੀਆਂ ਨੇ, ਹਿੰਸਕ ਵਾਰਦਾਤਾਂ ਹੋ ਰਹੀਆਂ ਨੇ, ਆਮ ਲੋਕਾਂ ਨੂੰ ਪਰੇਸ਼ਾਨ ਕਰ ਦੇਣ ਵਾਲੀਆਂ ਸਾਰੀਆਂ ਘਟਨਾਵਾਂ ਨੇ। ਇਹ ਅਜਿਹੀਆਂ ਘਟਨਾਵਾਂ ਨਹੀਂ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਕਿ ਠੀਕ ਹੈ, ਇਨਸਾਫ ਦੇ ਨਾਂ ਉੱਤੇ ਗੈਂਗਸਟਰਾਂ ਵੱਲੋਂ ਇਹਨਾਂ ਵਾਰਦਾਤਾਂ ਨੂੰ ਆਪਾਂ ਵਾਜਬ ਕਿਉਂ ਤੇ ਕਿਵੇਂ ਮੰਨੀਏ। ਦੂਸਰੇ ਪਾਸੇ ਜੇ ਬੇਅਦਬੀ ਦੇ ਇਨਸਾਫ ਦੀ ਗੱਲ ਕਰ ਲਈਏ, ਆਪਾਂ ਦੇਖ ਲਿਆ ਸਾਹਮਣੇ ਸਥਿਤੀ ਹੈ 7 ਸਾਲਾਂ ਦੇ ਵਿੱਚ ਕਿੰਨਾ ਕੁ ਇਨਸਾਫ ਹੋਇਆ ਹੈ। ਇਸ ਕੇਸ ਦੇ ਜਿਹੜੇ ਮੇਨ ਦੋਸ਼ੀ ਨੇ ਉਹ ਅਜੇ ਵੀ ਬਾਹਰ ਘੁੰਮ ਰਹੇ ਸੀ, ਬੇਲ ਦੇ ਉੱਤੇ ਇਹ ਲੜਕਾ ਬਾਹਰ ਸੀ। ਤੇ ਜਿਸ ਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਜੇ ਸਜ਼ਾ ਹੋਈ ਵੀ ਹੁੰਦੀ, ਜੇ ਜੇਲ੍ਹ ਦੇ ਵਿੱਚ ਹੁੰਦਾ ਜਾਂ ਇਸ ਨੂੰ ਅਦਾਲਤ ਨੇ ਟ੍ਰਾਇਲ ਸਟੇਜ ਦੇ ਉੱਤੇ, ਕਿਉਂਕਿ ਇਹ ਮੁਕੱਦਮਾ ਹੈ, 4 ਸ਼ੀਟਾਂ ਫਾਈਲ ਹੋਈਆਂ ਨੇ। SPS ਪਰਮਾਰ ਜਿਹੜੇ ਪੰਜਾਬ ਦੇ ਇੱਕ ਸੀਨੀਅਰ IPS ਅਧਿਕਾਰੀ ਸਨ, ਉਹਨਾਂ ਦੀ ਪ੍ਰਧਾਨਗੀ ਹੇਠ ਇੱਕ ਸਿੱਟ ਬਣੀ ਸੀ। ਰਣਵੀਰ ਸਿੰਘ ਖੱਟੜਾ ਦੀ ਸਿੱਟ ਪਿਛਲੇ ਸਾਲ ਜਨਵਰੀ 2021 ਵਿੱਚ ਟੁੱਟਦੀ ਹੈ। ਉਸ ਤੋਂ ਬਾਅਦ SPS ਪਰਮਾਰ ਦੀ ਸਿੱਟ ਬਣਦੀ ਹੈ, ਉਹ ਆਪਣੀ ਸਿੱਟ ਦੀ ਰਿਪੋਰਟ ਦਿੰਦੀ ਹੈ। 4 ਸ਼ੀਟਾਂ ਅਦਾਲਤ ਦੇ ਵਿੱਚ ਨੇ। ਟ੍ਰਾਇਲ ਦੀ ਸਟੇਜ ਤੇ ਬੰਦਾ ਟ੍ਰਾਇਲ ਦੇ ਉੱਤੇ ਬਾਹਰ ਸੀ, ਬੇਲ ਦੇ ਉੱਤੇ ਬਾਹਰ ਸੀ। ਇਸੇ ਤਰੀਕੇ ਨਾਲ ਹੋਰ ਵੀ ਕੋਈ ਅਕਿਊਜ਼ ਬਾਹਰ ਨੇ, ਕਿਉਂਕਿ ਐਸ ਪਰ ਲਾਅ ਇਹਨਾਂ ਨੂੰ ਜ਼ਿਆਦਾ ਦੇਰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਵੀ ਨਹੀਂ ਸਕਦਾ। ਸੋ ਜੇਲ੍ਹਾਂ ਤੋਂ ਬੇਲਾਂ ਦੇ ਉੱਤੇ ਆਏ ਹੋਏ ਇਹਨਾਂ ਲੋਕਾਂ ਦੀ ਹੱਤਿਆ ਕਰਤੀ ਜਾਂਦੀ ਹੈ। ਤੇ ਇੱਥੇ ਸਵਾਲ ਸਿਸਟਮ ਦੇ ਉੱਤੇ ਉੱਠਣੇ ਇਸ ਵਾਸਤੇ ਵੀ ਵਾਜਬ ਨੇ, ਸੁਭਾਵਿਕ ਨੇ, ਕਿਉਂਕਿ ਮੈਂ ਪਹਿਲਾਂ ਵੀ ਕੀਤਾ, ਮੇਰੇ ਕਈ ਵੀਡੀਓਜ਼ ਤੁਸੀਂ ਵੇਖੇ ਹੋਣਗੇ ਜਿਸ ਵਿੱਚ ਮੈਂ ਬੇਅਦਬੀ ਦੇ ਕੇਸਾਂ ਦਾ ਆਪਾਂ ਕਿਵੇਂ ਡਿਸਪੋਜ਼ਲ ਕਰ ਰਹੇ ਹਾਂ, ਕਿਵੇਂ ਉਹਨਾਂ ਕੇਸਾਂ ਦੇ ਵਿੱਚ ਇਨਸਾਫ ਦੀ ਗੱਲ ਨੂੰ ਪਰਸੂ ਕੀਤਾ ਜਾ ਰਿਹਾ ਹੈ। ਵਿਧਾਨ ਸਭਾਵਾਂ ਦੇ ਵਿੱਚ 8-8, 9-9 ਘੰਟੇ ਡਿਬੇਟਸ ਹੁੰਦੀਆਂ ਨੇ, ਐਡੀ ਵੱਡੇ ਲੈਵਲ ਦੀ ਸਿਆਸਤ ਸੂਬੇ ਵਿੱਚ ਹੁੰਦੀ ਹੈ, ਲੇਕਿਨ ਦੋਸ਼ੀਆਂ ਦੀ ਸਜ਼ਾਵਾਂ ਨਹੀਂ ਹੋ ਪਾਈਆਂ। ਇਸ ਕੇਸ ਨੂੰ 3 ਜਿਹੜੇ ਕੇਸ ਜਿਸ ਵਿੱਚ ਕਿ ਪ੍ਰਦੀਪ ਹੀ ਨੋਮੀਨੇਟ ਸੀ, FIR ਨੰਬਰ 63, 117 ਤੇ 128, ਇਹਨਾਂ ਨੂੰ CBI ਤੋਂ ਵਾਪਸ ਲਿਆਉਣ ਦੇ ਵਿੱਚ ਕਈ ਸਾਲ ਲੱਗੇ। ਉਸ ਤੋਂ ਬਾਅਦ ਕੇਸਾਂ ਦੇ ਜਿਹੜੇ ਟ੍ਰਾਇਲ ਹੈਗੇ ਨੇ ਉਹ ਚੱਲਦੇ ਪਏ ਨੇ। ਗੁਰਮੀਤ ਰਾਮ ਰਹੀਮ ਨੂੰ ਰੀਸੈਂਟਲੀ ਨੋਮੀਨੇਟ ਕੀਤਾ ਜਾਂਦਾ ਹੈ ਤੇ ਉਸ ਕੇਸ ਦੇ ਵਿੱਚ ਉਸ ਨੂੰ ਵੀ ਰਿਲੀਫ ਤੋਂ ਬਾਅਦ ਰਿਲੀਫ ਮਿਲਦੇ ਰਹੇ। ਸੋ ਲੋਕਾਂ ਦੇ ਮਨਾਂ ਦੇ ਵਿੱਚ, ਸੰਗਤਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ। ਬਰਗਾੜੀ ਮੋਰਚਾ ਲੱਗਿਆ, ਹੋਰ ਕਈ ਮੋਰਚੇ ਲੱਗਦੇ ਰਹੇ ਨੇ, ਛੋਟੇ ਵੱਡੇ। ਇਨਸਾਫ ਦੀ ਗੱਲ ਹੁੰਦੀ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਵਰਗੇ ਲੋਕ, ਨਵਜੋਤ ਸਿੰਘ ਸਿੱਧੂ ਵਰਗੇ ਲੋਕ ਤੇ ਬਹੁਤ ਸੇ ਅਜਿਹੇ ਲੋਕ ਇਹ ਕਹਿੰਦੇ ਰਹੇ ਨੇ ਕਿ ਇਨਸਾਫ ਤਾਂ ਸਰਕਾਰਾਂ ਕਰ ਨਹੀਂ ਪਾ ਰਹੀਆਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੁਝ ਨਹੀਂ ਕਰ ਪਾਈ। ਲਿਮਿਟਿਡ ਸਮਾਂ ਚੰਨੀ ਸਰਕਾਰ ਕੋਲ ਰਿਹਾ, ਉਸਨੇ ਵੀ ਕੁਝ ਖਾਸ ਨਹੀਂ ਕਰ ਦਿਖਾਇਆ, ਨਾ ਹੀ ਕਰ ਦਿਖਾਣਾ ਸੀ। ਤੇ ਹੁਣ ਭਗਵੰਤ ਮਾਨ ਇਹਨਾਂ ਕੇਸਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਇੱਕ ਖਤਰਨਾਕ ਕ੍ਰਿਮੀਨਲ ਅਦਾਲਤ ਦੇ ਵਿੱਚ ਸਾਬਤ ਕਰਨਾ ਸੀਗਾ, ਉਸ ਨੂੰ ਜਿਹੜੇ ਰਿਲੀਫ ਮਿਲ ਰਹੇ ਸੀ ਉਹਨਾਂ ਨੂੰ ਅਪੋਜ਼ ਕਰਨਾ ਸੀ, ਉਹ ਵੀ ਸਰਕਾਰਾਂ ਸਹੀ ਤਰੀਕੇ ਨਾਲ ਨਹੀਂ ਕਰ ਪਾਈਆਂ। ਇਲਜ਼ਾਮ ਇਹ ਵੀ ਲੱਗੇ ਕਿ ਪੰਜਾਬ ਦੇ ਐਡਵੋਕੇਟ ਜਨਰਲ ਵੀ ਉਸ ਨੂੰ ਲਾਤਾ ਗਿਆ ਜੋ ਕਿ ਗੁਰਮੀਤ ਰਾਮ ਰਹੀਮ ਦਾ ਡੇਰੇ ਸੱਚੇ ਸੌਦੇ ਦੇ ਵਕੀਲ ਸਨ। ਸੋ ਇਸ ਤਰੀਕੇ ਦੇ ਇਲਜ਼ਾਮਾਂ ਤੇ ਇਹ ਸਾਰੀ ਦੀ ਸਾਰੀ ਜਿਹੜੀ ਘਟਨਾਕ੍ਰਮ ਸੀ, ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ, ਰੋਸ ਤੇ ਇਸ ਚੀਜ਼ ਦਾ ਅਹਿਸਾਸ ਸੀ ਕਿ ਬੇਅਦਬੀ ਦੇ ਕੇਸਾਂ ਦੇ ਵਿੱਚ ਹੁਣ ਇਨਸਾਫ ਦੂਰ ਦੀ ਗੱਲ ਰਹਿ ਗਈ ਹੈ। ਲੇਕਿਨ ਜੇ ਆਪਾਂ ਇਸ ਘਟਨਾ ਨੂੰ ਵੇਖੀਏ ਜਿਸ ਦੇ ਜ਼ਰੀਏ ਗੈਂਗਸਟਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਜੋ ਕਹਿ ਰਿਹਾ ਕਿ ਹਿੰਦੂ ਤੇ ਸਿੱਖ ਭਰਾਵਾਂ ਨੇ ਮਿਲ ਕੇ ਕਤਲ ਕੀਤਾ, ਗੁਰੂ ਸਾਹਿਬ ਸਭ ਦੇ ਸਾਂਝੇ ਸਨ, ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਪੰਥ ਲਈ, ਕੌਮ ਲਈ ਬਹੁਤ ਕੁਝ ਕਰਨਾ ਚਾਹ ਰਹੇ ਨੇ ਤੇ ਮੇ ਵੀ ਉਹ ਸ਼ਾਇਦ ਆਪਣੀ ਜਾਨ ਦੇ ਵਿੱਚ, ਆਪਣੀ ਸਮਝ ਦੇ ਵਿੱਚ ਕਰਨਾ ਚਾਹ ਵੀ ਰਹੇ ਹੋਣਗੇ। ਲੇਕਿਨ ਸਾਡਾ ਸਮਾਜ ਤੇ ਸਾਡੀ ਕਾਨੂੰਨ ਵਿਵਸਥਾ ਗੈਂਗਸਟਰਾਂ ਦੇ ਇਨਸਾਫ ਦੀ ਮੁਹਤਾਜ ਨਹੀਂ ਸੀ ਹੋਣੀ ਚਾਹੀਦੀ। ਸਵਾਲ ਹੀ ਖੜਾ ਹੋ ਰਿਹਾ ਕਿ ਸਾਡਾ ਸਿਸਟਮ ਜਿੱਥੇ ਫੇਲ ਹੋ ਰਿਹਾ ਹੈ ਉੱਥੇ ਹੀ ਗੈਂਗਸਟਰ ਪਿਚਿੰਗ ਕਰ ਰਹੇ ਨੇ। ਇਹ ਗੈਂਗਸਟਰ ਕ੍ਰਿਮੀਨਲ ਨੇ, ਫਿਰੌਤੀਆਂ ਮੰਗਦੇ ਨੇ, ਰੈਂਸਮਸ ਮੰਗਦੇ ਨੇ, ਲੇਕਿਨ ਹੁਣ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਰੈਡੀਕਲਾਈਜੇਸ਼ਨ ਵੱਲ ਜਾ ਰਹੀ ਹੈ। ਖਾਸ ਕਰਕੇ ਗੋਲਡੀ ਬਰਾੜ, ਆਪਾਂ ਪਹਿਲਾਂ ਵੀ ਉਸਦੀ ਇੱਕ ਵੀਡੀਓ ਦੇਖਿਆ ਸੀ ਜਿਸ ਵਿੱਚ ਉਸਨੇ ਕਈ ਪੰਥ ਤੇ ਕੌਮ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ। ਸੋ ਇੰਝ ਲੱਗਾ ਸੀ ਕਿ ਗੋਲਡੀ ਬਰਾੜ ਦੀ ਡਾਇਰੈਕਸ਼ਨ ਵੀ ਉਹੀ ਹੈ ਜਿਸ ਡਾਇਰੈਕਸ਼ਨ ਵਿੱਚ ਉਸਨੂੰ ਹਰਵਿੰਦਰ ਰਿੰਦਾ ਲਿਜਾਣਾ ਚਾਹ ਰਿਹਾ ਹੈ। ਇਹਨਾਂ ਦੇ ਜਿਹੜੇ ਆਪਸ ਦੇ ਕਨੈਕਸ਼ਨ ਤਾਰ ਹੈਗੇ ਨੇ, ਗੋਲਡੀ ਬਰਾੜ, ਹਰਵਿੰਦਰ ਰਿੰਦਾ ਦੇ, ਜਾਂ ਈਵਨ ਉਸਦੇ ਮੇਰੇ ਵਿਰੋਧੀ ਗੈਂਗਸ ਦੇ, ਰੈਡੀਕਲਸ ਦੇ ਨਾਲ ਹੁਣ ਕਲੀਅਰਲੀ ਸਾਹਮਣੇ ਆ ਰਹੇ ਨੇ। ਸੋ ਇਹਨਾਂ ਨੂੰ ਇੱਕ ਬਹੁਤ ਹੀ ਫਰਟਾਈਲ ਗਰਾਊਂਡ ਪੰਜਾਬ ਵਿੱਚ ਉਦੋਂ ਮਿਲਦਾ ਹੈ ਜਦੋਂ ਕਿ ਸਾਡੀਆਂ ਸਰਕਾਰਾਂ, ਸਾਡਾ ਸਿਸਟਮ ਨਿਆਂ ਇਨਸਾਫ ਦਿਵਾਉਣ ਦੇ ਵਿੱਚ ਨਾਕਾਮਯਾਬ ਹੁੰਦਾ ਹੈ। ਤੇ ਇਹੀ ਬੇਅਦਬੀ ਦੇ ਕੇਸਾਂ ਦੇ ਵਿੱਚ ਹੁੰਦਾ ਆ, ਕਿਉਂਕਿ ਇੰਨੇ ਸਾਲਾਂ ਤੱਕ ਲੋਕ ਥੱਕ ਚੁੱਕੇ ਨੇ, ਅੱਕ ਚੁੱਕੇ ਨੇ, ਬੇਅਦਬੀਆਂ ਦੇ ਇਨਸਾਫ ਨਹੀਂ ਹੋਏ। ਤੇ ਅੱਜ ਗੈਂਗਸਟਰ ਇਸ ਚੀਜ਼ ਦੀ ਜਦੋਂ ਜ਼ਿੰਮੇਵਾਰੀ ਲੈਂਦੇ ਨੇ, ਲੋਕ ਵੀ ਕਹਿੰਦੇ ਨੇ ਕਿ ਹੋਰ ਹੋਣਾ ਹੀ ਕੀ ਸੀ ਪੰਜਾਬ ਦੇ ਵਿੱਚ, ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਨੀ। ਵੋਟਾਂ, ਇਲੈਕਸ਼ਨ ਜਦੋਂ ਆਉਂਦੇ ਨੇ, ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ, ਇਸ ਵਕਤ ਵੀ ਉਸ ਨੂੰ ਪੈਰੋਲ ਦਿੱਤੀ ਗਈ। ਸੋ ਜਦੋਂ ਇਸ ਤਰੀਕੇ ਦੀ ਸਥਿਤੀ ਹੋਵੇ, ਲੋਕਾਂ ਦੇ ਮਨਾਂ ਦੇ ਵਿੱਚ ਇਹ ਭਾਵ ਕਲੀਅਰ ਸੀ ਕਿ ਤੁਸੀਂ ਗੁਰਮੀਤ ਰਾਮ ਰਹੀਮ ਜਾਂ ਡੇਰੇ ਸੱਚੇ ਸੌਦੇ ਦੇ ਜਿਹੜੇ ਬੜੇ ਹੀ ਰਸੂਖਦਾਰ ਤੇ ਪ੍ਰਭਾਵਸ਼ਾਲੀ ਵੋਟ ਬੈਂਕ ਦਾ ਕੇਂਦਰ ਬਣੇ ਹੋਏ ਜਿਹੜੀਆਂ ਤਾਕਤਾਂ, ਸੈਂਟਰਸ ਨੇ, ਉਹਨਾਂ ਦੇ ਖਿਲਾਫ ਤੁਸੀਂ ਕਾਰਵਾਈ ਉਸ ਤਰੀਕੇ ਦੀ ਨਹੀਂ ਕਰਨਾ ਚਾਹੁੰਦੇ ਹੋ, ਨਾ ਹੀ ਕਰ ਪਾਓਗੇ। ਸੋ ਅਜਿਹੇ ਵਿੱਚ
ਹਾਲਾਂਕਿ ਪ੍ਰਦੀਪ ਇੱਕ ਬਹੁਤ ਛੋਟੇ ਲੈਵਲ ਦਾ ਕਰਿੰਦਾ ਹੈ, ਉਸ ਬੜੀ ਵੱਡੀ ਚੇਨ ਦੇ ਵਿੱਚ ਜੋ ਇੱਕ ਅਪਰਾਧਿਕ ਸਾਜ਼ਿਸ਼ ਸੀ, ਗੁਰਮੀਤ ਰਾਮ ਰਹੀਮ ਦੇ 4 ਜਿਹੜੇ ਅਜਿਹੇ ਮੇਨ ਫਾਲੋਅਰ, ਜਿਸ ਵਿੱਚ ਰਾਕੇਸ਼ ਦਿੜਬਾ ਸੀ, ਹਰਸ਼ ਧੂਰੀ ਸੀ ਤੇ ਉਸ ਦੇ ਨਾਲ ਉਸਦੇ ਹੋਰ ਕੁਝ ਬਹੁਤ ਹੀ ਕਰੀਬੀ ਆਪਰੇਟਿਵ ਸਨ, ਉਹ ਅਜੇ ਵੀ ਪੁਲਿਸ ਦੀ ਰੀਚ ਤੋਂ, ਰੇਂਜ ਤੋਂ, ਗਿਰਫਤ ਤੋਂ ਬਾਹਰ ਨੇ। ਉਹਨਾਂ ਦੀ ਗ੍ਰਿਫਤਾਰੀਆਂ ਪਰਮਾਰ ਸਿੱਟ ਜਾਂ ਪੰਜਾਬ ਪੁਲਿਸ ਨਹੀਂ ਕਰ ਪਾਈ ਇਹਨਾਂ ਬੇਅਦਬੀ ਦੇ ਕੇਸਾਂ ਦੇ ਵਿੱਚ। ਅਸਲ ਸਾਜ਼ਿਸ਼ ਘਾੜੇ ਉਹ ਸੀ, ਮਾਸਟਰਮਾਈਂਡ ਉਹ ਸੀ, ਜਿਹੜੀ ਨਿਚਲੀ ਚੇਨ ਸੀ ਮਹਿੰਦਰਪਾਲ ਬਿੱਟੂ ਤੋਂ ਥੱਲੇ ਸ਼ੁਰੂ ਹੁੰਦੀ ਸੀ, ਤੇ ਮਹਿੰਦਰਪਾਲ ਬਿੱਟੂ ਮਾਰ ਚੁੱਕਾ ਹੈ, ਗੁਰਦੇਵ ਸਿੰਘ ਮਾਰ ਚੁੱਕਾ ਹੈ, ਤੇ ਹੁਣ ਜਿਹੜੀ ਲੇਟੈਸਟ ਵਾਰਦਾਤ ਹੈ ਇਸ ਵਿੱਚ ਪ੍ਰਦੀਪ ਨੂੰ ਮਾਰਿਆ ਜਾਂਦਾ ਹੈ। ਸੋ ਜੇ ਉਸ ਨਜ਼ਰੀਏ ਦੇ ਨਾਲ ਵੇਖੀਏ ਤਾਂ ਫਿਰ ਸ਼ਾਇਦ ਇਹ ਗੈਂਗਸਟਰ ਆਪਣੇ ਆਪ ਨੂੰ ਇਸ ਚੀਜ਼ ਦੀ ਤਸੱਲੀ ਦਿਵਾ ਸਕਦੇ ਨੇ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਮਾਰ ਕੇ ਇਹ ਲੋਕਾਂ ਨੇ ਇਨਸਾਫ ਲੈ ਲਿਆ, ਲੇਕਿਨ ਕਾਨੂੰਨ ਇਸ ਦੇਸ਼ ਦਾ 3 ਸਾਲ ਦੀ ਸਜ਼ਾ ਦਿੰਦਾ ਹੈ ਬੇਅਦਬੀ ਦੇ ਕੇਸ ਦੇ ਵਿੱਚ। ਪੰਜਾਬ ਦੀ ਮੈਂ ਗੱਲ ਕਰਦਾ ਪਿਆ, ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਿਛਲੇ 6 ਸਾਲਾਂ ਤੋਂ, ਇਨਫੈਕਟ 7 ਸਾਲਾਂ ਤੋਂ ਲੈਜਿਸਲੇਸ਼ਨ ਅਟਕੀ ਹੋਈ ਹੈ ਵੀ 3 ਸਾਲ ਦੀ ਵਧਾ ਕੇ ਸਜ਼ਾ ਬੇਅਦਬੀ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਾਰਮਿਕ ਗ੍ਰੰਥਾਂ ਦੇ ਜਿਹੜੀ ਕੋਈ ਬੇਅਦਬੀ ਕਰਦਾ ਹੈ ਉਸ ਦੀ ਸਜ਼ਾ ਨੂੰ ਤੁਸੀਂ 3 ਸਾਲ ਤੋਂ ਵਧਾ ਕੇ 10 ਸਾਲ ਕਰ ਦਿਓ। ਲੇਕਿਨ ਅਨਫੋਰਚੂਨੇਟਲੀ ਸਰਕਾਰਾਂ 'ਚ ਸੁੱਤੀਆਂ ਪਈਆਂ ਨੇ, ਤੇ ਮੈਂ ਨਿਊਮਰਸ ਰਿਪੋਰਟਸ ਬਣਾ ਚੁੱਕਾ ਹਾਂ ਵੀ ਤੁਸੀਂ ਉਹ ਸਜ਼ਾਵਾਂ ਨੂੰ ਵਧਾਉਂਦੇ ਕਿਉਂ ਨਹੀਂ। ਮੋਗੇ ਦੇ ਵਿੱਚ ਜਿਹੜੀ ਸਾੜ ਫੂਕ ਦਾ ਕੇਸ ਹੋਇਆ ਸੀ, ਬੇਅਦਬੀ ਦਾ ਕੇਸ ਜਿਹੜਾ ਇੱਕ ਹੋਇਆ ਸੀ, ਉਸ ਤੋਂ ਪਹਿਲਾਂ ਮਲਕੇ ਵਾਲਾ, ਉਸ ਕੇਸ ਦੇ ਵਿੱਚ ਸਜ਼ਾਵਾਂ ਹੋਈਆਂ, ਲੇਕਿਨ 3-3 ਸਾਲ ਦੀਆਂ ਸਜ਼ਾਵਾਂ ਹੋਈਆਂ। ਸੋ ਜੇ ਪ੍ਰਦੀਪ ਹੋਣਾ ਨੂੰ ਜਾਂ ਇਸ ਕੇਸ ਦੇ ਵਿੱਚ ਮਹਿੰਦਰਪਾਲ ਬਿੱਟੂ ਹੋਣਾ ਨੂੰ ਸਜ਼ਾਵਾਂ ਹੁੰਦੀਆਂ ਅਦਾਲਤਾਂ ਵੱਲੋਂ ਟ੍ਰਾਇਲ ਤੋਂ ਬਾਅਦ, ਉਹ ਵੀ 3 ਸਾਲ ਦੀ ਸਜ਼ਾ ਹੋਣੀ ਸੀ। ਭਵਿੱਖ ਦੇ ਵਿੱਚ ਵੀ ਜੇ ਕੋਈ ਬੇਅਦਬੀ ਕਰਨ ਦੀ ਹਿਮਾਕਤ ਕਰਦਾ ਹੈ, ਕੋਈ ਖੁਰਾਫਾਤੀ ਐਲੀਮੈਂਟ, ਕੋਈ ਸ਼ਰਾਰਤੀ ਅਨਸਰ, ਉਸ ਨੂੰ ਪਤਾ ਹੈ ਕਿ 3 ਸਾਲ ਦੀ ਸਜ਼ਾ ਹੈ। ਪੰਜਾਬ ਦੇ ਵਿੱਚ ਐਡੇ ਹੋ ਹੱਲੇ ਤੋਂ ਬਾਅਦ 7-7, 8-8 ਸਾਲ ਐਡੀ ਵੱਡੀ ਪੱਧਰ ਦੀ ਸਿਆਸਤ ਕਰਨ ਤੋਂ ਬਾਅਦ ਵੀ ਤੁਸੀਂ ਸਜ਼ਾਵਾਂ ਵਧਾ ਨਹੀਂ ਪਾਏ ਹੋ, ਤੁਸੀਂ ਦੋਸ਼ੀਆਂ ਨੂੰ ਫੜ ਹੀ ਨਹੀਂ ਪਾਏ ਹੋ ਅਜੇ ਤੱਕ। ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਜਿਹੜੇ 3 ਕੇਸ ਗੁਰਜਵਾਰ ਸਿੰਘ ਵਾਲਾ, ਬਰਗਾੜੀ ਦੇ ਕੇਸ ਸਨ, 3 ਅਲੱਗ-ਅਲੱਗ FIRਾਂ ਵਿੱਚ 24-25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਪੋਸਟਰ ਲਾਉਣ ਦੇ ਕੇਸ ਸੀ। ਉਹਨਾਂ ਦੇ ਵਿੱਚ 4 ਮੇਨ ਸਾਜ਼ਿਸ਼ ਘਾੜੇ ਗੁਰਮੀਤ ਰਾਮ ਰਹੀਮ ਦੇ ਜਿਹੜੇ ਅਸਲ ਬੰਦੇ ਸੀ, ਉਹ ਅਜੇ ਵੀ ਗ੍ਰਿਫਤ ਤੋਂ ਬਾਹਰ ਨੇ, ਸ਼ਾਇਦ ਉਹ ਵਿਦੇਸ਼ ਪਹੁੰਚ ਚੁੱਕੇ ਹੋਣ ਜਾਂ ਕਿੱਥੇ ਛੁਪੇ ਹੋਏ, ਲੁਕੇ ਹੋਏ ਨੇ। ਅੱਜ ਤੱਕ ਪੰਜਾਬ ਪੁਲਿਸ ਨੇ, ਕਿਸੇ ਵੀ ਪੁਲਿਸ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈ। ਹੁਣ ਤੁਸੀਂ ਇਹ ਜਿਹੜੇ 4-5 ਗੈਂਗਸਟਰ ਮੁੰਡਿਆਂ ਨੇ ਕਤਲ ਕੀਤਾ ਹੈ, ਇਹਨਾਂ ਦੀ ਭਾਲ, ਇਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਕਹਿੰਦੇ ਧਾਰ ਪਕੜ, ਉਹਦੇ ਲਈ ਤਾਂ ਪੱਬਾਂ ਭਾਰ ਹੋ ਜਾਏਗੀ ਸਰਕਾਰਾਂ ਤੇ ਪੁਲਿਸ ਮਹਿਕਮੇ, ਲੇਕਿਨ ਅਸਲ ਦੇ ਵਿੱਚ ਜਿਹੜੇ ਬੇਅਦਬੀ ਦੇ ਦੋਸ਼ੀ ਸੀ ਉਹਨਾਂ ਦੀ ਗ੍ਰਿਫਤਾਰੀਆਂ ਅੱਜ ਤੱਕ ਕਿਉਂ ਨਹੀਂ ਹੋ ਪਈਆਂ? ਇਹ ਇਨਸਾਫ, ਜਿਹੜੇ ਟ੍ਰਾਇਲ ਸੀਗੇ, ਇਹ ਡਿਲੇਡ ਨੇ, ਤੇ ਜਿਹੜੇ ਲੈਜਿਸਲੇਸ਼ਨ ਵਿਧਾਨ ਸਭਾਵਾਂ ਦੇ ਵਿੱਚ ਅਟਕੇ ਪਏ ਨੇ, ਸਰਕਾਰ ਦੀ ਨੀਅਤ ਤੇ ਉੱਤੇ ਸਵਾਲ ਖੜੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਗੈਂਗਸਟਰਾਂ ਦੇ ਇਸ ਕਾਰੇ ਨੂੰ ਮੈਂ ਬਿਲਕੁਲ ਜਸਟੀਫਾਈ ਨਹੀਂ ਕਰਦਾ, ਕਿਉਂਕਿ ਕੋਈ ਵੀ ਹੱਤਿਆ, ਕਿਸੇ ਵੀ ਕਿਸਮ ਦੀ ਹਿੰਸਕ ਜਿਹੜੀ ਹੱਤਿਆ ਹੈ, ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਹੱਕ ਨਹੀਂ ਹੈ, ਇਹ ਇੱਕ ਗਲਤ ਘਟਨਾ ਸੀ। ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ, ਸੰਗਤਾਂ ਦੇ ਮਨਾਂ ਦੇ ਵਿੱਚ ਇਸ ਤਰੀਕੇ ਦੀ ਵਾਰਦਾਤਾਂ ਤੋਂ ਬਾਅਦ ਇਹਨਾਂ ਗੈਂਗਸਟਰਾਂ ਦੇ ਪ੍ਰਤੀ ਮੈਨੂੰ ਲੱਗਦਾ ਹਮਦਰਦੀ ਵੱਧ ਹੁੰਦੀ ਹੈ, ਜਦੋਂ ਕਿ ਇਹ ਆਊਟ ਐਂਡ ਆਊਟ ਕ੍ਰਿਮੀਨਲ ਵਾਰਦਾਤ ਹੈ। ਸੋ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਹੁਣੀ ਆਪਣੀ ਕ੍ਰਾਈਮ ਦੇ ਜਿਹੜੀਆਂ ਵਾਰਦਾਤਾਂ ਹੈ, ਉਹਨਾਂ ਨੂੰ ਇੱਕ ਡਿਫਰੈਂਟ ਡਾਇਰੈਕਸ਼ਨ ਦੇ ਰਹੇ ਹੈਗੇ ਨੇ। ਹੋ ਸਕਦਾ ਹੈ ਪੋਸੀਬਲੀ ਇਹ ਲੋਕ ਰੈਡੀਕਲਸ ਦੇ ਹੱਥਾਂ ਵਿੱਚ ਖੇਲ ਰਹੇ ਹੈਗੇ ਨੇ, ਜਾਂ ਉਸੇ ਟੱਰੇ ਦੇ ਉੱਤੇ ਤੁਰਨਾ ਸ਼ੁਰੂ ਹੋ ਚੁੱਕੇ ਨੇ। ਲੇਕਿਨ ਪੰਜਾਬ ਲਈ ਬਹੁਤ ਚਿੰਤਾਵਾਂ ਹੈਗੀਆਂ ਨੇ ਬੇਅਦਬੀ ਕੇਸਾਂ ਦੇ ਵਿੱਚ ਇਨਸਾਫ ਨਾ ਹੋਣ ਤੋਂ ਬਾਅਦ। ਹੁਣ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਕਤਲ-ਓ-ਗਾਰਤ, ਖੂਨ ਖਰਾਬਾ ਸ਼ੁਰੂ ਹੋਇਆ ਹੈ, ਤੇ ਹੋਰ ਵੀ ਕੇਸਿਸ ਹੋਏ ਨੇ, ਲੇਕਿਨ ਇੱਕ ਸੀਰੀਜ਼ ਹੈ ਲਗਾਤਾਰ ਰੈਡੀਕਲਸ ਦੀ ਹਿੱਟ ਲਿਸਟ ਉੱਤੇ, ਗੈਂਗਸਟਰਾਂ ਦੀ ਹਿੱਟ ਲਿਸਟ ਉੱਤੇ, ਕਿਉਂਕਿ ਰੈਡੀਕਲ ਹੁਣ ਗੈਂਗਸਟਰਾਂ ਦੇ ਜ਼ਰੀਏ ਹੀ ਆਪਣੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਵਾ ਰਹੇ ਨੇ, ਉਹਨਾਂ ਹਿੱਟ ਲਿਸਟ ਉੱਤੇ ਇਹ ਲੋਕ ਹੈਗੇ ਨੇ, ਤੇ ਇਹ ਸਿਲਸਿਲਾ ਅੱਗੇ ਵਧਦਾ ਜਾ ਰਿਹਾ ਹੈ। ਸੋ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਇਸ ਵਕਤ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਵਿਚਾਰਨ ਦੀ ਲੋੜ ਹੈ ਕਿ ਜਿਸ ਦਿਸ਼ਾ ਦੇ ਵਿੱਚ ਅਕਾਲੀ ਸਰਕਾਰ ਜਾਂ ਕਾਂਗਰਸ ਦੀਆਂ ਸਰਕਾਰਾਂ ਤੁਰੀਆਂ ਨੇ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਸਾਫ ਦਿਵਾਉਣ ਦੇ ਪੱਖੋਂ, ਲੌਜੀਕਲ ਸਟੈਪਸ ਲੈਣ ਦੇ, ਨਿਆਸ ਜਿਹੜੀ ਪਸੰਦ ਵਿਵਸਥਾ ਨੂੰ ਜੋ ਚਾਹੀਦਾ ਹੈ ਜਾਂ ਜੋ ਲੋਕ ਸੰਗਤ ਮੰਗਦੀ ਹੈ, ਇਨਸਾਫ ਮੰਗਦੇ ਨੇ ਲੋਕ, ਹੋਰ ਵੱਧ ਕੁਝ ਨਹੀਂ ਮੰਗਦੇ। ਅਦਾਲਤਾਂ ਸਮੇਂ ਸਿਰ ਟ੍ਰਾਇਲ ਮੁਕੰਮਲ ਕਰੇ, ਦੋਸ਼ੀਆਂ ਨੂੰ ਫੜਿਆ ਜਾਵੇ, ਉਹ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਗੁੱਸਾ ਹੈ ਲੱਥ ਜਾਂਦਾ ਹੈ। ਲੇਕਿਨ ਆ ਜੋ ਕੁਝ ਹੁੰਦਾ ਪਿਆ ਹੈ, ਤੇ ਜਿਸ ਆੜ ਦੇ ਵਿੱਚ ਪੰਜਾਬ ਦੇ ਕ੍ਰਿਮੀਨਲਸ, ਪੰਜਾਬ ਦੇ ਗੈਂਗਸਟਰ ਆਪਣੇ ਆਪ ਨੂੰ ਜਿਸ ਪੋਜੀਸ਼ਨ ਦੇ ਵਿੱਚ ਲੈ ਕੇ ਪਿਚ ਕਰ ਰਹੇ ਨੇ, ਇਹ ਘਟਨਾਵਾਂ ਤੋਂ ਮੈਨੂੰ ਲੱਗਦਾ ਕਿ ਗੈਂਗਸਟਰਾਂ ਦੇ ਪ੍ਰਤੀ ਇੱਕ ਜਿਹੜਾ ਨਰਮ ਰਵੱਈਆ ਹੈ ਲੋਕਾਂ ਦਾ ਪੈਦਾ ਹੁੰਦਾ ਹੈ, ਕਿਉਂਕਿ ਇਹ ਜਿਹੜੇ ਉਹ ਦੋਸ਼ੀ ਨੇ, ਉਹ ਮੁਲਜ਼ਮ ਹੈਗੇ ਨੇ, ਜਿਨ੍ਹਾਂ ਨੂੰ ਜੇ ਬਣਦੀਆਂ ਤਾਂ ਸਜ਼ਾਵਾਂ ਅਦਾਲਤਾਂ ਵੱਲੋਂ ਸੁਣਾਈਆਂ ਜਾਣੀਆਂ ਚਾਹੀਦੀਆਂ ਸੀ, ਜਾਂ ਫਿਰ ਉਹਨਾਂ ਨੂੰ ਬਰੀ ਕੀਤਾ ਜਾਣਾ ਚਾਹੀਦਾ ਸੀਗਾ। ਲੇਕਿਨ ਕਿਉਂਕਿ ਇਹ ਸਮੇਂ ਸਿਰ ਨਹੀਂ ਹੋ ਪਾਇਆ, ਇੰਨੇ ਲੰਮੇ ਸਾਲਾਂ ਤੱਕ, ਚਿਰਾਂ ਤੱਕ ਇਹ ਮੁਕੱਦਮੇ ਵੀ ਲਟਕਦੇ ਆ ਰਹੇ ਨੇ, ਟ੍ਰਾਇਲ ਲਟਕਦੇ ਆ ਰਹੇ ਨੇ, ਲੋਕਾਂ ਦੀ ਜਿਹੜੀ ਭਰੋਸੇਯੋਗਤਾ ਸਿਸਟਮ ਦੇ ਵਿੱਚ ਤੇ ਸਰਕਾਰਾਂ ਦੇ ਵਿੱਚ, ਪੋਲੀਟੀਕਲ ਐਸਟੈਬਲਿਸ਼ਮੈਂਟ ਦੇ ਵਿੱਚ ਲਗਾਤਾਰ ਖਤਮ ਹੋ ਰਹੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇਹੀ ਕੁਝ ਗੱਲਾਂ ਕਰਨਾ ਚਾਹੁੰਦਾ ਸੀ। ਬਹੁਤ ਹੀ ਸਵਾਲ ਚੁੱਕਣ ਵਾਲੀ ਇਹ ਘਟਨਾ ਹੈ, ਤੇ ਹੁਣ ਭਗਵੰਤ ਮਾਨ ਸਰਕਾਰ ਹੈਜ਼ ਟੂ ਬੀ ਸੀਰੀਅਸ। ਵੱਡਾ ਇਸ਼ੂ ਹੈ ਲਾਅ ਐਂਡ ਆਰਡਰ ਦਾ।
ਲਾਅ ਐਂਡ ਆਰਡਰ ਤੋਂ ਵੱਡਾ ਸੁਰੱਖਿਆ ਦਾ ਮੁੱਦਾ ਸੁਧੀਰ ਸੂਰੀ ਦਾ ਜਾਂ ਪ੍ਰਦੀਪ ਦਾ ਨਹੀਂ ਹੈ। ਇਹਨਾਂ ਦੀ ਹੱਤਿਆਵਾਂ ਦੇ ਮੁੱਦੇ ਇੱਕ ਸਿੰਬਲ ਹੈਗੇ ਨੇ ਵੀ ਸੁਰੱਖਿਆਵਾਂ ਦੇ ਵਿੱਚ ਵੀ ਪੁਲਿਸ ਦੀ ਗਰਦ ਦੇ ਵਿੱਚ ਵੀ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਟਾਰਗੇਟਸ ਨੂੰ ਐਲੀਮੀਨੇਟ ਕੀਤਾ ਜਾ ਰਿਹਾ ਤੇ ਪੰਜਾਬ ਪੁਲਿਸ ਪੰਜਾਬ ਸਰਕਾਰ ਕੁਝ ਨਹੀਂ ਕਰ ਪਾਈ ਉਸ ਪੱਖੋਂ। ਸੋ ਬਹੁਤ ਟੈਲਿੰਗ ਕਮੈਂਟ ਹੈ। ਸੋ ਸਰਕਾਰ ਨੂੰ ਆਤਮ ਚਿੰਤਨ ਦੀ ਲੋੜ ਹੈ ਤੇ ਸਭ ਤੋਂ ਵੱਡਾ ਆਤਮ ਚਿੰਤਨ ਸਿਰਫ ਇਹਨਾਂ ਘਟਨਾਵਾਂ ਤੇ ਇਹਨਾਂ ਸੁਰੱਖਿਆ ਦੇ ਕੰਸਰਨਸ ਨੂੰ ਲੈ ਕੇ ਨਾ ਹੋਵੇ, ਬਲਕਿ ਉਸ ਲਾਰਜਰ ਬੇਅਦਬੀ ਦੇ ਇਨਸਾਫ ਦਾ ਸਵਾਲ ਵੀ ਹੋਵੇ ਜੋ ਕਿ ਨਹੀਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਇਸ ਚੀਜ਼ ਨੂੰ ਲੈ ਕੇ ਮੋਰਚੇ ਸੜਕਾਂ ਦੇ ਉੱਤੇ ਮੁਜ਼ਾਹਰੇ ਹੋ ਰਹੇ ਨੇ, ਲੇਕਿਨ ਸਭ ਨੂੰ ਇੰਝ ਲੱਗਦਾ ਕਿ ਸ਼ਾਇਦ ਇਹ ਸਿਆਸਤ ਹੋ ਰਹੀ ਹੈ। ਬੇਅਦਬੀ ਦੇ ਮੁੱਦਿਆਂ ਤੇ ਸਿਆਸਤ ਹੋਈ ਵੀ ਹੈ, ਇਹਦੇ ਵਿੱਚ ਵੀ ਕੋਈ ਦੋਰਾਮਾ ਨਹੀਂ, ਲੇਕਿਨ ਕਿਤੇ ਨਾ ਕਿਤੇ ਜਦ ਤੱਕ ਇਨਸਾਫ ਨਹੀਂ ਮਿਲਦਾ, ਦੋਸ਼ੀ ਫੜੇ ਨਹੀਂ ਜਾਂਦੇ, ਅਸਲ ਦੋਸ਼ੀ ਤਾਂ ਫੜੇ ਨਹੀਂ ਗਏ। ਤੇ ਗੋਲਡੀ ਬਰਾੜ ਤੇ ਹੋਰ ਗੈਂਗਸਟਰਾਂ ਨੂੰ ਵੀ ਇਸ ਚੀਜ਼ ਨੂੰ ਆਪਣੇ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਜਿਹੜੇ ਤੁਸੀਂ ਲੋਕਾਂ ਨੂੰ ਮਾਰਿਆ ਹੈ ਬਹੁਤ ਹੀ ਥੱਲੜੇ ਲੈਵਲ ਦੇ ਆਪਰੇਟਿਵਸ ਨੇ, ਵੱਡੇ ਸਾਜ਼ਿਸ਼ਕਾਰੇ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਤੇ ਰਡਾਰ ਤੋਂ ਲੋਕਾਂ ਦੇ ਗਾਇਬ ਨੇ। ਜਦ ਤੱਕ ਉਹ ਲੋਕ ਸਕੈਨਰ ਦੇ ਵਿੱਚ ਨਹੀਂ ਆਉਂਦੇ ਤਦ ਤੱਕ ਇਸ ਕੇਸ ਦੇ ਵਿੱਚ ਇਨਸਾਫ ਹੋਣ ਦੀ ਆਸ ਵੀ ਨਹੀਂ ਕੀਤੀ ਜਾਣੀ ਚਾਹੀਦੀ। ਅੱਜ ਦੀ ਰਿਪੋਰਟ ਮੈਂ ਇੱਥੋਂ ਤੱਕ ਹੀ ਵਾਈਂਡ ਅਪ ਕਰਾਂਗਾ ਕਿਉਂਕਿ ਇਸ ਕੇਸ ਦੇ ਵਿੱਚ ਡਿਵੈਲਪਮੈਂਟਸ ਕੀ ਹੁੰਦੀਆਂ ਨੇ ਇਹ ਵੇਖਾਂਗੇ। ਛੇਤੀ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਜਿਵੇਂ ਜਿਵੇਂ ਇਸ ਕੇਸ ਦੇ ਵਿੱਚ ਹੋਰ ਡਿਵੈਲਪਮੈਂਟਸ ਹੁੰਦੀਆਂ ਨੇ ਆਉਂਦਾ ਰਹਾਂਗਾ। ਰਿਤੇਸ਼ ਲਖੀਆ ਅਨਪਲੱਗ ਨਾਲ ਜੁਟੇ ਰਹੋ। ਵੀਡੀਓ ਨੂੰ ਕਾਫੀ ਦਿਨਾਂ ਬਾਅਦ ਪੋਸਟ ਕਰਨ ਲਈ ਖਿਮਾ ਦਾ ਯਾਚਕ ਹਾਂ। ਬਹੁਤ ਬਹੁਤ ਧੰਨਵਾਦ। ਇੱਕ ਹੋਰ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗਾ। ਥੈਂਕ ਯੂ ਸੋ ਮਚ।